ਬਾਗੜੀਆਂ ਪਰਿਵਾਰ ਤੇ ਗੁਰੂ ਦੀ ਮਿਹਰ, ਇਥੋਂ ਦਾ ਜ਼र्रा ਜ਼र्रा, ਇਹ ਇਮਾਰਤਾਂ, ਇਥੋਂ ਦੀ ਮਿੱਟੀ ਕਣ ਕਣ ਬਿਆਨ ਕਰਦਾ ਇਸ ਪਰਿਵਾਰ ਦੇ ਇਤਿਹਾਸ ਨੂੰ। ਰਾਜਪੂਤ ਖੋਖਰ ਘਰਾਣੇ ਤੋਂ ਚੱਲਿਆ ਪਰਿਵਾਰ ਗੁਰੂਆਂ ਦੇ ਆਸ਼ੀਰਵਾਦ ਨਾਲ ਇੱਥੇ ਬਾਗੜੀਆਂ ਆ ਵਸਦਾ ਹੈ। ਇਸ ਪਰਿਵਾਰ ਦਾ ਯੁੱਗਾਂ ਪੁਰਾਣਾ ਇਤਿਹਾਸ ਅੱਜ ਵੀ ਇਸ ਘਰਾਣੇ ਦੇ ਚਿਹਰੇ ਤੋਂ ਬਾਖੂਬੀ ਪੜ੍ਹਿਆ ਜਾ ਸਕਦਾ ਹੈ। ਜੁਝਾਰ ਸਿੰਘ ਬਾਗੜੀਆਂ ਤੋਂ ਸੇਵਕ ਮਾਈ ਰੱਜੀ ਬਾਬਾ ਗੋਦਰ ਜੀ ਦਾ ਸਾਡਾ ਪਰਿਵਾਰ ਭਾਈ ਸਿੱਧੂ ਜੀ ਤੋਂ ਸ਼ੁਰੂ ਹੁੰਦਾ। ਉਹ ਸਾਡੇ ਪਹਿਲੇ ਬਜ਼ੁਰਗ ਸੀ ਜਿਨ੍ਹਾਂ ਦਾ ਵਿਆਹ ਬੀਬੀ ਸੂਰਤੀ ਜੀ ਨਾਲ ਹੋਇਆ, ਜਿਨ੍ਹਾਂ ਦੇ ਬਜ਼ੁਰਗ ਸੇਵਾਦਾਰ ਚੌਥੇ ਅਤੇ ਪੰਜਵੇਂ ਪਾਤਸ਼ਾਹ ਜੀ ਦੇ ਟਾਈਮ 'ਤੇ ਸੀਗੇ, ਜਿਨ੍ਹਾਂ ਨੇ ਕਾਰ ਸੇਵਾ ਵੀ ਹਰਿਮੰਦਰ ਸਾਹਿਬ ਕੀਤੀ। ਇਹਨਾਂ ਦਾ ਰਿਸ਼ਤਾ ਸਾਡੇ ਬਜ਼ੁਰਗਾਂ ਨਾਲ ਹੋ ਗਿਆ। ਜਦੋਂ ਉੱਥੋਂ ਇਹ ਆਪਣੇ ਘਰ ਨੂੰ ਆਏ ਤਾਂ ਰਸਤੇ ਵਿੱਚ ਭਾਈ ਕੇ ਡਰੋਲੀ ਮਹਾਰਾਜ ਦਾ ਦੀਵਾਨ ਲੱਗਿਆ ਹੋਇਆ ਸੀ, ਛੇਵੇਂ ਮਹਾਰਾਜ ਦਾ। ਉੱਥੇ ਇਹਨਾਂ ਨੇ ਆਪਣੇ ਘਰ ਆਪਣੇ ਸਿੱਧੂ ਜੀ ਨੂੰ ਕਿਹਾ ਕਿ ਮੈਂ ਮੱਥਾ ਟੇਕਣਾ, ਕਿਉਂਕਿ ਮੈਂ ਸੇਵਕ ਰਹੀ ਹਾਂ, ਸਿੱਖੀ ਸੇਵਕ, ਅਤੇ ਹੁਣ ਇਹ ਤੋਂ ਬਾਅਦ ਅਸੀਂ ਰਾਜਪੂਤਾਨਾ ਕਰਨੀ ਜਾ ਰਹੇ ਹਾਂ, ਰਾਜਪੂਤਾਂ 'ਚ, ਅਤੇ ਜਿਸ ਦਾ ਉੱਥੇ ਜਾ ਕੇ ਸਾਡਾ ਮਜ਼ਹਬ ਇੱਕ ਤਰੀਕੇ ਦਾ ਬਦਲੇਗਾ ਕਾਫੀ। ਅਤੇ ਇਹਨਾਂ ਨੇ ਜਦੋਂ ਉੱਥੇ ਜਾ ਕੇ ਮੱਥਾ ਟੇਕਿਆ, ਉਹਨਾਂ ਨੇ ਕਿਹਾ ਕੋਈ ਘਬਰਾਉਣ ਦੀ ਗੱਲ ਨਹੀਂ ਹੈ। ਉਹਨਾਂ ਨੇ ਕਿਹਾ ਵੀ ਇਹ ਸਭ ਠੀਕ ਹੋ ਜਾਣਾ। ਫਿਰ ਜਦੋਂ ਬੀਬੀ ਜੀ ਘਰ ਗਏ, ਹੌਲੀ ਹੌਲੀ ਉਹਨਾਂ ਦੇ ਸਿੱਧੂ ਸਾਹਿਬ, ਉਹਨਾਂ ਦੇ ਹਸਬੈਂਡ ਸਿੱਧੂ ਸਾਹਿਬ ਨੂੰ ਚਾਨਣ ਹੋਇਆ ਕਿ ਆਪਾਂ ਗੁਰੂ ਦੀ ਸੇਵਾ 'ਚ ਹੀ ਰਹਿ ਜਾਈਏ, ਅਤੇ ਫਿਰ ਉਹ ਗੁਰੂ ਕੇ ਸੇਵਕ ਬਣੇ। ਜਦੋਂ ਮਹਾਰਾਜ ਦੀ ਹਜ਼ੂਰੀ 'ਚ ਆ ਗਏ ਤਾਂ ਉਹਨਾਂ ਦੇ ਘਰ ਇੱਕ ਬੇਟਾ ਹੋਇਆ। ਬੇਟੇ ਦਾ ਨਾਂ ਉੱਥੇ ਰੂਪ ਰੱਖਿਆ ਗਿਆ ਅਤੇ ਉਹ ਉੱਥੇ ਹੀ ਪਲੇ। ਜਦੋਂ ਵੱਡੇ ਹੋਏ ਤਾਂ ਉਹਨਾਂ ਦਾ ਜਦੋਂ ਉਹਨੇ ਅੱਛੀਆਂ ਚੀਜ਼ਾਂ ਦੇਖੀਆਂ, ਸਾਰਾ ਕੁਛ, ਉਹਨਾਂ 'ਤੇ ਫਿਰ ਚੰਦ ਲਾਇਆ। ਬੇਟੇ ਨੂੰ ਲੈ ਕੇ ਇਹ ਛੇਵੇਂ ਮਹਾਰਾਜ ਕੋਲ ਗਏ ਨਾਮ ਰੱਖਣ ਵਾਸਤੇ, ਨਾਮ ਕਰਨ ਵਾਸਤੇ। ਉੱਥੇ ਮਹਾਰਾਜ ਨੇ, ਬੱਚਾ ਬਹੁਤ ਸੋਹਣਾ ਸੀ, ਅਤੇ ਉਹਨਾਂ ਨੇ ਇਹਦਾ ਨਾਮ ਰੂਪ ਚੰਦ ਰੱਖਿਆ ਅਤੇ ਕਿਹਾ ਇਹ ਬਹੁਤ ਸਿੱਖੀ ਪਰਿਵਾਰ ਨਾਲ ਹੀ ਰਹੇਗਾ। ਅਤੇ ਉਹ ਭਾਈ ਰੂਪ ਚੰਦ ਹੋਏ, ਜਿਨ੍ਹਾਂ ਦੀ ਵੰਸ਼ ਅਸੀਂ ਅੱਗੇ ਚੱਲ ਰਹੇ ਹਾਂ। ਉਦੋਂ ਜਿਹੜੀ ਵੀ ਕੋਈ ਅੱਛੀ ਚੀਜ਼ ਹੁੰਦੀ ਸੀ ਉਹ ਗੁਰੂ ਮਹਾਰਾਜ ਦੀ ਸੇਵਾ 'ਚ ਹੀ ਅਰਪਣ ਕੀਤੀ ਜਾਂਦੀ ਸੀ। ਅਤੇ ਜਦੋਂ ਇਹ ਠੰਡਾ ਪਾਣੀ ਪੀਣ ਲੱਗੇ ਤਾਂ ਉਹਨਾਂ ਨੇ ਸੋਚਿਆ ਕਿ ਵੀ ਇਹ ਸਾਡੇ ਨਹੀਂ, ਗੁਰੂ ਮਹਾਰਾਜ ਵਾਸਤੇ ਹੋਣਾ ਚਾਹੀਦਾ। ਉਹਨਾਂ ਨੇ ਪਾਣੀ ਪੀਤਾ ਨਹੀਂ, ਮਸ਼ਕ 'ਚ ਉਸ ਨੂੰ ਭਰ ਕੇ ਰੱਖ ਲਿਆ। ਮਹਾਰਾਜ 24 ਖੂਹ 'ਤੇ ਭਾਈ ਕੇ ਡਰੋਲੀ ਦੀਵਾਨ ਲਾਇਆ ਹੋਇਆ ਸੀ। ਉਹਨਾਂ ਨੇ ਦੇਖਿਆ ਵੀ ਮੇਰਾ ਇੱਕ ਸਿੱਖ ਉੱਥੇ ਪਿਆਸਾ ਬੈਠਾ ਹੈ, ਅਤੇ ਉਹ ਉੱਥੋਂ ਚੱਲ ਕੇ ਆਏ, ਅਤੇ ਇਹ ਉੱਥੇ ਹੀ ਸੀਗੇ ਪਿਓ ਪੁੱਤਰ, ਅਤੇ ਪਿਆਸੇ ਮਹਾਰਾਜ ਆਏ। ਉਹਨਾਂ ਨੇ ਇਹਨਾਂ ਨੂੰ ਗਲੇ ਲਾ ਕੇ ਪਾਣੀ ਪੀਤਾ, ਅਤੇ ਇਹਨਾਂ ਨੂੰ ਉਸ ਵੇਲੇ ਭਾਈ ਕਿਹਾ। ਤਾਂ ਇਸ ਕਰਕੇ ਅਸੀਂ ਭਾਈ ਕੇ ਵੱਜਦੇ ਅੱਜ। ਮਹਾਰਾਜ ਨੇ ਸਮੇਂ ਅਨੁਸਾਰ ਸ਼ਸਤਰ ਵਸਤਰ ਕੜਛਾ ਲੰਗਰ ਚਲਾਉਣ ਵਾਸਤੇ ਬਖਸ਼ਿਆ, ਔਰ ਬਜ਼ੁਰਗਾਂ ਨੇ ਇਹਨਾਂ ਦੇ ਸ਼ਸਤਰ ਵਸਤਰ ਆਪਣੇ ਸਿਰ 'ਤੇ ਰੱਖ ਲਏ
ਤੇ ਮਹਾਰਾਜ ਨੇ ਪੁੱਛਿਆ ਕਿ ਇਹ ਕੀ ਤੁਸੀਂ ਇਹਨਾਂ ਨੂੰ, ਮੈਂ ਤੁਹਾਨੂੰ ਦਿੱਤੇ ਨੇ ਪਹਿਨਣ ਨੂੰ, ਇਹ ਕਹਿੰਦੇ ਨਾ ਅਸੀਂ ਸ਼ਸਤਰ ਨਾ ਵਸਤਰ ਪਹਿਨ ਸਕੀਏ। ਸੋ ਇਹਨਾਂ ਨੇ ਕਿਹਾ ਵੀ ਅੱਜ ਤੋਂ ਬਾਅਦ ਤੁਹਾਡੀ ਜਵਾਨ ਹੀ ਸ਼ਸਤਰ ਹੋਣਗੇ। ਭਿਆਨਕ ਯੁੱਧ ਚਮਕੌਰ ਸਾਹਿਬ ਤੋਂ ਬਾਅਦ ਮਹਾਰਾਜ ਮੁਕਤਸਰ ਆਏ। ਮੁਕਤਸਰ ਦੇ ਯੁੱਧ ਤੋਂ ਬਾਅਦ ਮਹਾਰਾਜ ਲੱਖੀ ਜੰਗਲ ਆਏ। ਲੱਖੀ ਜੰਗਲ 'ਚ ਲੰਗਰ ਦੀ ਸੇਵਾ ਭਾਈ ਰੂਪ ਚੰਦ ਦੇ ਪਰਿਵਾਰ ਕੋਲ ਸੀ, ਜਿੱਥੇ ਮਹਾਰਾਜ ਨੇ ਫਿਰ ਰੁਕ ਕੇ ਜ਼ਫਰਨਾਮਾ ਸਾਹਿਬ ਲਿਖਿਆ। ਹੁਣ ਉੱਥੇ ਦਿਆਲਪੁਰਾ ਭਾਈ ਕਾ ਪਿੰਡ ਦੀ ਜੂਹ ਦੇ ਉੱਤੇ ਇਹ ਗੁਰਦੁਆਰਾ ਸਾਹਿਬ ਹੈ ਜ਼ਫਰਨਾਮਾ। ਉੱਥੇ ਭਾਈ ਰੂਪ ਚੰਦ ਜੀ ਨੇ ਅੰਮ੍ਰਿਤ ਛਕਿਆ ਮਹਾਰਾਜ ਤੋਂ, ਤੇ ਆਪਣੇ 2 ਬੇਟੇ ਉਹਨਾਂ ਨੂੰ ਸੇਵਾ ਵਿੱਚ ਭੇਟ ਕਰ ਦਿੱਤੇ, ਜਿਹੜੇ ਉਹਨਾਂ ਨਾਲ ਅਨੰਦਪੁਰ ਸਾਹਿਬ ਤੱਕ ਹਮਰਕਾਬ ਰਹੇ। ਮਹਾਰਾਜ ਦੇ ਜੋਤੀ ਜੋਤ ਸਮਾਨ ਤੱਕ ਉਹ ਸੇਵਾ 'ਚ ਰਹੇ। ਉਹਨਾਂ ਨੇ ਅੰਮ੍ਰਿਤ ਪ੍ਰਚਾਰ ਵਾਸਤੇ ਉਲਟੀ ਧਾਰ ਦੀ ਸ੍ਰੀ ਪੁਸਤਕ ਸਾਹਿਬ ਢਾਕੇ ਦੀ ਮਲਬਲ 'ਚ ਇੱਕ ਛੋਟਾ ਖੱਡਾ ਇੱਕ ਕਰਤਾ, ਇਹ ਚੀਜ਼ ਅੱਜ ਬਾਗੜੀਆਂ 'ਚ ਬਿਰਾਜਮਾਨ ਨੇ। ਗੁਰੂ ਸਾਹਿਬ ਦੇ ਪਟਨਾ ਸਾਹਿਬ ਜਨਮ ਦੇ ਟਾਈਮ 'ਤੇ ਭਾਈ ਰੂਪ ਚੰਦ ਉੱਥੇ ਸੀਗੇ, ਤੇ ਫਿਰ ਉਦੋਂ ਬਾਅਦ ਭਾਈ ਰੂਪ ਚੰਦ ਜੀ ਨੂੰ ਇੱਕ ਸ੍ਰੀ ਸਾਹਿਬ ਉਹਨਾਂ ਨੇ ਭੇਟ ਕਰ ਦਿੱਤੀ। ਤੇ ਗੁਰੂ ਕੇ ਲਾਹੌਰ 'ਚ ਜਦੋਂ ਮਹਾਰਾਜ ਦੇ ਆਨੰਦ ਕਾਰਜ ਹੋਏ, ਉਹ ਭਾਈ ਰੂਪ ਚੰਦ ਜੀ ਨੂੰ ਆਨੰਦ ਕਾਰਜ ਦੀ ਸੇਵਾ ਬਖਸ਼ੀ। ਜਦੋਂ ਵਾਪਸ ਆਏ ਭਾਈ ਰੂਪ ਚੰਦ ਜੀ 100 ਸਾਲ ਦੇ ਜਿਹੜੇ ਹੋ ਗਏ ਸੀ, 100 ਸਾਲ ਦੇ, ਤੇ ਅਕਾਲ ਚਲਾਣਾ ਕਰ ਗਏ। ਤੇ ਉਹਨਾਂ ਨੇ ਭਾਈ ਧਰਮ ਸਿੰਘ ਨੂੰ ਇੱਕ ਕੜਛਾ ਤੇ ਬਾਟਾ ਦਿੱਤਾ ਤੇ ਸ਼ਸਤਰ ਵਸਤਰ ਦਿੱਤੇ, ਤੇ ਕਿਹਾ ਜਿੱਥੇ ਤੇਰੇ ਧੁਰਾ ਟੁੱਟ ਜਾਏਗਾ ਤੇਰੇ ਗੱਡੇ ਦਾ, ਉੱਥੇ ਤੂੰ ਆਪਣਾ ਪਿੰਡ ਬੰਨ੍ਹ ਲਈ। ਉਹਨਾਂ ਨੇ ਧੁਰਾ ਭਾਈ ਰੂਪੇ ਤੋਂ ਕੁਛ ਕੋਹ 'ਤੇ ਟੁੱਟ ਗਿਆ, ਤੇ ਉੱਥੇ ਉਹਨਾਂ ਨੇ ਭਾਈ ਕਾ ਦਿਆਲਪੁਰਾ ਬੰਨ੍ਹ ਲਿਆ, ਜਿਹੜਾ ਕਿ ਜਿੱਥੇ ਜ਼ਫਰਨਾਮਾ ਸਾਹਿਬ ਲਿਖਿਆ ਹੈ ਉਹ ਵੀ ਇੱਕ ਕੋਹ 'ਤੇ ਹੀ ਦੂਰ ਹੈ, ਜਿੱਥੇ ਕਿ ਅੱਜ ਲੰਗਰ ਮਾਈ ਰੱਜੀ ਬਾਬਾ ਗੋਦਰ ਜੀ ਦਾ ਚੱਲ ਰਿਹਾ ਹੈ। ਭਾਈ ਰੂਪ ਚੰਦ ਜੀ ਨੇ ਕੜਛਾ ਬਾਟਾ ਦਿੱਤਾ ਮਾਲਵੇ ਦੇ ਵਿੱਚ ਲੰਗਰ ਤੇ ਸਿੱਖੀ ਪ੍ਰਚਾਰ ਕਰਨ ਵਾਸਤੇ, ਤੇ ਕਿਹਾ ਜਿੱਥੇ ਜਾ ਕੇ ਤੇਰਾ ਗੱਡੇ ਦਾ ਧੁਰਾ ਟੁੱਟਦੇ ਉੱਥੇ ਆਪਣਾ ਪਿੰਡ ਬੰਨ੍ਹ ਲਈ। ਉਹ ਪਿੰਡ ਭਾਈ ਕਾ ਦਿਆਲਪੁਰਾ ਅੱਜ ਹੈ, ਜਿੱਥੇ ਜ਼ਫਰਨਾਮਾ ਸਾਹਿਬ 2 ਕੋਹ 'ਤੇ ਜ਼ਫਰਨਾਮਾ ਸਾਹਿਬ ਲਿਖਿਆ। ਇਹਨਾਂ ਦੇ ਬੇਟੇ ਭਾਈ ਦਿਆਲ ਸਿੰਘ ਦੇ ਨਾਂ ਦੇ ਉੱਤੇ ਪਿੰਡ ਬੰਨ੍ਹਿਆ ਗਿਆ, ਤੇ ਇਹਨਾਂ ਦਾ ਅੱਗੋਂ ਬੇਟਾ ਬਾਬਾ ਗੁੱਦਰ ਜੀ ਹੋਏ, ਜਿਨ੍ਹਾਂ ਦੇ ਮਾਲਵੇ ਦੀ ਅੰਮ੍ਰਿਤ ਪ੍ਰਚਾਰ ਤੋਂ ਲੈ ਕੇ ਸਾਰੀ ਸੇਵਾ ਲੰਗਰ ਦੀ ਇਹਨਾਂ ਨੇ ਕੀਤੀ, ਜਿੱਥੇ ਕਿ ਅੱਜ ਬਾਈ ਰੱਜੀ ਬਾਬਾ ਗੁੱਦਰ ਜੀ ਦਾ ਸਥਾਨ ਕਹਾਇਆ ਜਾਂਦਾ ਹੈ ਤੇ ਲੰਗਰ ਚੱਲਦਾ ਹੈ। ਉੱਥੋਂ ਫਿਰ ਇਹੀ ਲੰਗਰ ਬਾਗੜੀਆਂ 'ਚ ਆ ਗਿਆ, ਇੱਥੇ ਵੀ ਚੱਲ ਰਿਹਾ ਹੈ। ਦਿਆਲਪੁਰੇ ਦੇ ਲੰਗਰ 'ਚ ਮੁਸਲਮਾਨ ਹਾਕਮ ਅਦੀਨਾ ਬੇਗ, ਸਦੀਦ ਬੇਗ, ਇਹ ਦੋਵਾਂ ਨੇ ਆ ਕੇ ਲੰਗਰ ਛਕਿਆ। ਬਾਅਦ ਵਿੱਚ ਬਾਗੜੀਆ ਪਿੰਡ ਇਹਨਾਂ ਨੇ ਮਾਈ ਬਾਬਾ ਗੁੱਦਰ ਜੀ ਨੂੰ ਦਿੱਤਾ, ਤੇ ਬਾਗੜੀਆ ਪਿੰਡ ਆਇਆ। ਫਿਰ ਉੱਥੇ ਲੰਗਰ ਚਲਾਇਆ ਗਿਆ, ਕਹਿੰਦੇ ਵੀ ਇੱਥੇ ਲੰਗਰ ਦੀ ਸੇਵਾ ਤੁਸੀਂ ਕਰੋ। ਬਾਬਾ ਗੁੱਦਰ ਜੀ ਦੇ ਗੁਜ਼ਰਨ ਤੋਂ ਬਾਅਦ ਲੰਗਰ ਦੀ ਸੇਵਾ ਅੱਜ ਤੱਕ ਸੇਵਾ ਉਸੇ ਤਰ੍ਹਾਂ ਬਰਕਰਾਰ ਹੈ। ਭਾਈ ਅਰਜਨ ਸਿੰਘ ਚੀਫ ਖਾਲਸਾ ਦੀਵਾਨ ਦੇ 15 ਸਾਲ ਪ੍ਰਧਾਨ ਰਹੇ। ਭਾਈ ਅਰਜਨ ਸਿੰਘ ਕੀਰਤਨ ਤੇ ਕਥਾ ਕਰਦੇ ਸੀ। ਖਾਲਸਾ ਕੋਲੇਜ ਕਮੇਟੀ ਦੇ ਕਈ ਸਾਲ ਸੇਵਾ ਕੀਤੀ।
ਖਾਸ ਕਰ ਕਾਲਜ ਨੂੰ ਬਣਾਉਣ ਵਿੱਚ ਮਹਾਰਾਜਾ ਹੀਰਾ ਸਿੰਘ ਨੂੰ ਲੈ ਕੇ ਮਾਲੀ ਸਹਾਇਤਾ ਦਾ ਇਕੱਠਾ ਕਰਕੇ ਦੇਣਾ ਪੈਸਾ ਬਾਬਾ ਜੀ ਦੀ ਸੀ। ਮਹਾਰਾਜਾ ਨਾਭਾ ਤੇ ਪਟਿਆਲੇ ਦੇ ਕਈ ਡਿਫਰੈਂਸਿਸ ਨੂੰ ਇਹਨਾਂ ਨੇ ਬਿਠਾ ਕੇ ਸੋਲਵ ਕੀਤਾ। ਬਾਗੜੀਆ ਵਿੱਚ ਕਈ ਦੀਵਾਨ ਲਾਉਂਦੇ ਸੀ ਤੇ ਸੰਤ ਅਤਰ ਸਿੰਘ ਨਾਲ ਬਹੁਤ ਪ੍ਰੇਮ ਸੀ ਇਹਨਾਂ ਦਾ। ਸਿੱਖ ਕਾਨਫਰੰਸ ਦੇ ਇਹ ਪ੍ਰੈਜ਼ੀਡੈਂਟ ਵੀ ਰਹੇ ਨੇ। ਫਿਰ ਇਹਨਾਂ ਨੇ ਬਾਗੜੀਆ ਲੰਗਰ ਦੀ ਵੱਡੀ ਉਸਾਰੀ ਕੀਤੀ, ਕਿਲਾ ਬਣਾਇਆ, ਮੋਦੀ ਖਾਨਾ ਬਣਾਇਆ, ਦੀਵਾਨ ਖਾਨਾ ਕੀਤਾ ਬਣਾਇਆ ਜਿੱਥੇ ਕਿ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ। ਫਿਰ ਇਹਨਾਂ ਨੇ ਪਿੰਡ ਦਾ ਵੱਡਾ ਦਰਵਾਜ਼ਾ ਬਣਵਾਇਆ, ਇੱਕ ਬਾਗ ਵਾਲੀ ਕੋਠੀ 1905 'ਚ ਬਣਾਈ, ਇੱਕ ਸੋਲਨ ਕੋਠੀ ਬਣਾਈ, ਵੱਡੀ ਕੋਠੀ। ਤੇ ਇਹਨਾਂ ਨੇ ਸ਼ਿਮਲੇ ਵਿੱਚ ਬਾਗੜੀਆ ਹਾਊਸ ਬਣਾਇਆ, ਲੁਧਿਆਣੇ ਵਿੱਚ ਬਣਾਇਆ ਬਾਗੜੀਆ ਹਾਊਸ, ਰੌਂਤੇ, ਦਿਆਲਪੁਰ। ਇਹ ਤੋਂ ਕਈ ਗੱਲਾਂ ਪ੍ਰਸੰਨ ਹੋ ਕੇ ਅੰਗਰੇਜ਼ ਨੇ ਸਰਦਾਰ ਬਹਾਦਰ ਦਾ ਖਿਤਾਬ ਦਿੱਤਾ। ਭਾਈ ਅਰਜਨ ਸਿੰਘ ਕੋਠੀ ਬਣਾਈ, ਉਹਦਾ ਆਰਕੀਟੈਕਟ ਰਾਮ ਸਿੰਘ ਸੀ ਤੇ ਉਸ ਲਈ ਖਾਲਸਾ ਕਾਲਜ ਬਣਾਇਆ। ਉਦੋਂ ਬਾਅਦ ਉਸ ਬੰਦਾ ਉਧਰ ਅੰਗਰੇਜ਼ਾਂ ਕੋਲ ਵੀ ਰਿਹਾ, ਬਲਕਾ ਕੋਲ ਵੀ ਰਿਹਾ ਉੱਥੇ ਆਰਕੀਟੈਕਟ। ਉਹ ਤਾਂ ਬੜਾ ਵੱਡਾ ਹੋ ਗਿਆ ਦੁਨੀਆ ਦਾ ਨਾ। ਫਿਰ ਜਿਹੜੀਆਂ ਇਮਾਰਤਾਂ ਬਣੀਆਂ ਗਈਆਂ ਇੱਥੋਂ ਦਾ ਹੀ ਪੱਠਾ, ਇੱਥੋਂ ਦਾ ਹੀ ਚੂਨਾ ਸੀ। ਜਿੱਥੋਂ ਦੀ ਇੱਟ ਤੇ ਚੂਨਾ ਬਣਦਾ ਉਹ ਇਨਵਾਇਰਮੈਂਟ ਨਾਲ ਮੈਚਿੰਗ ਹੁੰਦਾ ਹੈ ਤੇ ਉਹਦੀ ਆਯੂ ਲੰਬੀ ਹੁੰਦੀ ਹੈ, ਉਮਰ ਲੰਬੀ ਹੁੰਦੀ ਹੈ। ਜਿਵੇਂ ਕਿ ਹੁਣ ਇਹ ਦੇਖੋ, ਉਹ ਕੋਠੀ ਨੂੰ ਕੁਛ ਨਹੀਂ ਖਰਾਬ ਹੋਇਆ 1905 ਤੋਂ। ਇੱਥੇ ਵੀ ਲਾ ਲਓ, ਇਹ ਉਦੋਂ ਪਹਿਲਾਂ ਬਣੇ ਨੇ ਤੇ ਕੀ ਇਹਦੇ 'ਚ ਖਰਾਬ ਹੋਇਆ? ਐਵੇਂ ਕਹਾਵਤ ਹੈਗੀ ਕਿ ਬਹੁਤ ਵਧੀਆ ਬਾਗ ਸੀ ਜੀ, ਹਰ ਇੱਕ ਕਿਸਮ ਦਾ ਬੂਟਾ ਸੀ। ਇਹ ਕੋਠੀ ਵਿੱਚ ਜਿਹੜੇ ਕਿ ਖਾਸ ਕਰਕੇ ਅੰਗਰੇਜ਼ ਆਉਂਦੇ ਸੀ, ਉਹਨਾਂ ਦਾ ਰਹਿਣਾ ਸਹਿਣਾ ਤੇ ਖਾਣ ਪੀਣ ਦਾ ਲਿਬਾਸ ਸਾਡੇ ਨਾਲੋਂ ਫਰਕ ਸੀ ਤੇ ਇਸ ਲਈ ਇਹ ਉਹਨਾਂ ਵਾਸਤੇ ਬਣਾਈ ਗਈ ਸੀ ਕਿ ਅਲੱਗ ਹੀ ਰਹਿਣ ਤੇ ਉਹਨਾਂ ਦੇ ਹਿਸਾਬ ਨਾਲ ਬਦਲ ਕੋਈ ਵੈਸ ਹੋਇਆ ਗਵਰਨਰ ਜਨਰਲ ਅੰਗਰੇਜ਼ ਖਾਸ ਕਰਕੇ। ਫਿਰ ਜਿਹੜੀ ਮੈਜਿਸਟ੍ਰੇਟੀ ਸੀ ਸਾਡੇ ਕੋਲ ਨਾਲ ਉਹਦੇ ਉਹ ਦਿੱਤਾ ਹੋਇਆ, ਉਹਦੇ ਵਿੱਚ ਸਾਡੇ ਕੋਲ ਮੈਜਿਸਟ੍ਰੇਟੀ ਸੀਗੀ ਇੱਥੋਂ ਦੀ ਸਾਰੇ ਮਾਲਵਾਈ ਸਾਈਡ ਹੀ ਲਾ ਲਓ। ਉਹ ਮੈਜਿਸਟ੍ਰੇਟੀ ਦੇ ਜਿਹੜੇ ਫੈਸਲੇ ਉਹਦੇ ਵੀ ਅੰਗਰੇਜ਼ ਆ ਕੇ ਉੱਥੇ ਚੈੱਕ ਕਰਦਾ ਸੀ ਤਿੰਨਾਂ ਸਟੇਟਾਂ ਦੇ ਕਿ ਵੀ ਇੱਕ ਦੂਜੇ ਦੇ ਪਿੰਡ ਵੜਦੇ ਸੀ ਸਾਰਿਆਂ ਦੇ। ਰਾਜਾ ਗਜਪਤ ਸਿੰਘ ਦੇ ਔਲਾਦ ਦੀ ਸੀ, ਉਹ ਲੰਗਰ ਦੀ ਸੇਵਾ ਕਰਦੇ ਸੀ ਤੇ ਉਹਨਾਂ ਦੇ ਘਰ ਬਾਬਾ ਜੀ ਨੇ ਅਰਦਾਸ ਕਰਕੇ ਔਲਾਦ ਬਖਸ਼ੀ। ਉਹਨਾਂ ਦੀ ਜਿਹੜੀ ਲੜਕੀ ਸੀ ਉਹਨੂੰ ਇਹਨਾਂ ਨੇ ਦਬਾਤਾ ਸੀ ਤੇ ਬਾਬਾ ਜੀ ਉੱਥੇ ਗਏ। ਉਹਨਾਂ ਨੇ ਕਿਹਾ ਵੀ ਇਹ ਠੀਕ ਨਹੀਂ ਕੀਤਾ ਤੁਸੀਂ, ਇਹਨੂੰ ਕੱਢੋ। ਪੇਟ 'ਚੋਂ ਯੋਧਾ ਪੈਦਾ ਹੋਣਾ ਜੋ ਕਿ ਉਹ ਮਹਾਰਾਜਾ ਰਣਜੀਤ ਸਿੰਘ ਹੋਇਆ। ਅੱਗੇ ਮਹਾਰਾਜਾ ਰਣਜੀਤ ਸਿੰਘ ਬਾਗੜੀਆਂ ਆਏ। ਬਾਗੜੀਆਂ ਉਹਨਾਂ ਨੇ ਵੱਡਿਆਂ ਬਜ਼ੁਰਗਾਂ ਨੂੰ ਪੁੱਛਿਆ ਵੀ ਸਿੱਖ ਲੜਾਈ ਦੀ ਤਿਆਰੀ ਹੋ ਰਹੀ ਹੈ, ਤੁਸੀਂ ਕਿੱਧਰ ਜਾਓਗੇ? ਅੰਗਰੇਜ਼ਾਂ ਨਾਲ ਜਾਓਗੇ ਕਿ ਤੁਸੀਂ ਮੇਰੇ ਨਾਲ ਜਾਓਗੇ? ਤਾਂ ਬਾਬਾ ਜੀ ਨੇ ਕਿਹਾ ਮੈਂ ਸਿੱਖ ਲੜਾਈ ਲੜਾਂਗਾ। ਉਹਨਾਂ ਦੇ ਗੁਜ਼ਰਨ ਤੋਂ ਬਾਅਦ ਮਹਾਰਾਜ ਦੇ ਗੁਜ਼ਰਨ ਤੋਂ ਬਾਅਦ
ਸਿੱਖ ਲੜਾਈ ਲੜੀ ਗਈ, ਜਿਹਦੇ ਵਿੱਚ ਅਸੀਂ ਲੋਕ ਹਾਰ ਗਏ। ਸਾਡਾ ਸਾਰਾ ਕਾਰੋਬਾਰ ਸਭ ਕੁਝ ਖਤਮ ਹੋ ਗਿਆ। ਭਾਈ ਬਹਾਦਰ ਸਿੰਘ ਸਿੱਖ ਲੜਾਈ ਵੇਲੇ ਹਾਰ ਗਏ, ਜਿਹੜੇ ਕਿ ਪੂਰੀ ਸ਼ਾਨੋ ਸ਼ੌਕਤ ਨਾਲ ਰਹਿੰਦੇ ਸੀ, ਜਿਸ ਬੰਦੇ ਦਾ ਹੈ। ਤੇ ਉਸ ਤੋਂ ਬਾਅਦ ਉਹਨਾਂ ਦੀ ਬੋਡੀ ਹੋਈ ਨਿਕਲੀ ਬਾਹਰ। ਹਾਥੀ ਜਾਂਦੇ ਸੀ, ਨਗਾਰੇ ਲੱਗਦੇ ਸੀ ਉਹਨਾਂ ਦੇ। ਲੜਾਈ ਤੋਂ ਬਾਅਦ ਬਿਲਕੁਲ ਸਭ ਕੁਝ ਜ਼ਬਤ ਹੋ ਗਿਆ, ਪਿੰਡਾਂ ਦੇ ਪਿੰਡ ਜ਼ਬਤ ਹੋ ਗਏ। ਭਾਈ ਅਰਜਨ ਸਿੰਘ ਚੀਫ ਖਾਲਸਾ ਦੀਵਾਨ ਦੇ 15 ਸਾਲ ਪ੍ਰਧਾਨ ਰਹੇ। ਇਹਨਾਂ ਨੇ ਸਿੰਘ ਸਭਾ ਦੇ ਪ੍ਰਚਾਰ ਨੂੰ ਤਰੱਕੀ ਦਿੱਤੀ। ਭਾਈ ਅਰਜਨ ਸਿੰਘ ਕੀਰਤਨ ਤੇ ਕਥਾ ਕਰਦੇ ਸੀ ਤੇ ਖਾਲਸਾ ਕਾਲਜ ਦੀ ਕਮੇਟੀ ਤੇ ਇਹਨੇ ਕਈ ਸਾਲ ਸੇਵਾ ਕੀਤੀ। ਖਾਲਸਾ ਕਾਲਜ ਨੂੰ ਬਣਾਉਣ ਵਿੱਚ ਮਹਾਰਾਜਾ ਹੀਰਾ ਸਿੰਘ ਨੂੰ ਲੈ ਕੇ ਮਾਲੀ ਸਹਾਇਤਾ ਦਾ ਇਕੱਠਾ ਕਰਕੇ ਦੇਣਾ ਪੈਸਾ ਬਾਬਾ ਜੀ ਦੀ ਮਹਾਰਾਜਾ ਨਾਭਾ ਤੇ ਪਟਿਆਲੇ ਦੇ ਕਈ ਡਿਫਰੈਂਸਿਸ ਨੂੰ ਇਹਨਾਂ ਨੇ ਬਿਠਾ ਕੇ ਸੋਲਵ ਕੀਤਾ। ਬਾਗੜੀਆਂ ਵਿੱਚ ਕਈ ਦੀਵਾਨ ਆਉਂਦੇ ਸੀ ਤੇ ਸੰਤ ਅਤਰ ਸਿੰਘ ਨਾਲ ਬਹੁਤ ਪ੍ਰੇਮ ਸੀ ਇਹਨਾਂ ਦਾ। ਸਿੱਖ ਕਾਨਫਰੰਸ ਦੇ ਇਹ ਪ੍ਰੈਜ਼ੀਡੈਂਟ ਵੀ ਰਹੇ ਨੇ। ਇਹਨਾਂ ਨੇ ਬਾਗੜੀਆ ਲੰਗਰ ਦੀ ਵੱਡੀ ਉਸਾਰੀ ਕੀਤੀ, ਕਿਲ੍ਹਾ ਬਣਾਇਆ, ਮੋਦੀ ਖਾਨਾ ਬਣਾਇਆ, ਦੀਵਾਨ ਖਾਨਾ ਕੀਤਾ ਜਿੱਥੇ ਕਿ ਮਹਾਰਾਜ ਦਾ ਪ੍ਰਕਾਸ਼ ਹੁੰਦਾ। ਫਿਰ ਇਹਨਾਂ ਨੇ ਪਿੰਡ ਦਾ ਵੱਡਾ ਦਰਵਾਜ਼ਾ ਬਣਵਾਇਆ। ਇੱਕ ਬਾਗ ਵਾਲੀ ਕੋਠੀ 1905 'ਚ ਬਣਾਈ। ਇੱਕ ਸੋਲਨ ਕੋਠੀ ਬਣਾਈ, ਵੱਡੀ ਕੋਠੀ। ਤੇ ਇਹਨਾਂ ਨੇ ਸ਼ਿਮਲੇ ਵਿੱਚ ਬਾਗੜੀਆ ਹਾਊਸ ਬਣਾਇਆ, ਲੁਧਿਆਣੇ ਵਿੱਚ ਬਣਾਇਆ ਬਾਗੜੀਆ ਹਾਊਸ, ਰੌਂਤੇ, ਦਿਆਲਪੁਰਾ। ਭਾਈ ਅਰਜਨ ਸਿੰਘ ਬਹੁਤ ਹੀ ਪੜ੍ਹੇ ਲਿਖੇ ਸੂਝਵਾਨ ਬੰਦੇ ਸੀ। ਪੰਜਾਬ ਵਿੱਚ ਉਹਨਾਂ ਦੀ ਬਹੁਤ ਰਿਸਪੈਕਟ ਸੀਗੀ। ਸਭ ਬੰਦੇ ਟੋਲਾ ਸਾਹਿਬ ਤੋਂ ਲੈ ਕੇ ਹੋਰ ਵੀ ਗਿਆਨੀ ਸਭ ਉਹਨਾਂ ਤੋਂ ਐਡਵਾਈਜ਼ਸ ਲੈਂਦੇ ਹੁੰਦੇ ਸੀ ਤੇ ਉਹਨਾਂ ਤੋਂ ਉਹਨਾਂ ਦੇ ਜਿਹੜੇ ਲੈਕਚਰਸ ਵੀ ਜਗ੍ਹਾ ਕੀਤੇ ਹੋਏ ਨੇ, ਉਹ ਕੋਟਡ ਨੇ। ਬੜੇ ਅੱਛੇ ਲੈਕਚਰਸ ਉਹਦੇ ਕੀਤੇ ਹੋਏ ਨੇ, ਜਿਹੜੀਆਂ ਬੁੱਕ ਫਾਰਮ ਹੋਏ ਨੇ। ਸਿੰਘ ਸਭਾ ਦੇ ਪ੍ਰਧਾਨ ਰਹੇ ਬਹੁਤ ਦੇਰ, ਖੁਦ ਹੀ ਜਾ ਕੇ ਛੱਡੀ। ਭਾਈ ਅਰਜਨ ਸਿੰਘ ਤੋਂ ਬਾਅਦ ਭਾਈ ਹਰਦਮਨ ਸਿੰਘ ਹੋਏ, ਖਾਲਸਾ ਕਾਲਜ ਦੇ ਪਹਿਲੇ ਸਟੂਡੈਂਟਾਂ 'ਚੋਂ ਸੀਗੇ ਤੇ ਉਹ ਬੜੇ ਇੰਟੈਲੈਕਚੁਅਲ ਗਿਣੇ ਜਾਂਦੇ ਸੀ। ਸਭ ਲੋਕ ਉਹਨਾਂ ਦੀ ਐਡਵਾਈਸ ਲੈਂਦੇ ਸੀ, ਖਾਸ ਕਰਕੇ ਸਿੱਖੀ ਦੇ ਕੰਮਾਂ 'ਚ, ਟਰਾਂਸਲੇਸ਼ਨਸ, ਗੁਰੂ ਗ੍ਰੰਥ ਸਾਹਿਬ ਦੀਆਂ ਕੋਈ ਵਾਕਿਆ ਕਰਾਂ, ਕੋਈ ਪੁੱਛਣ 'ਚ। ਇਸ ਤਰੀਕੇ ਦਾ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸਾਰੀ ਜ਼ਿੰਦਗੀ। ਬਾਗੜੀਆਂ ਪਰਿਵਾਰ ਦੇ ਨਾਲ ਜਿੰਨੀ ਗੱਲਬਾਤ ਕੀਤੀ ਜਾਵੇ ਓਨੀ ਹੀ ਥੋੜੀ ਲੱਗਦੀ ਹੈ। ਗੱਲਾਂ ਸੁਣਦਿਆਂ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਉਹ ਸਾਰਾ ਗੁਰੂ ਸਾਹਿਬਾਨ ਦਾ ਦੌਰ, ਸਿੱਖ ਇਤਿਹਾਸ ਅੱਖਾਂ ਦੇ ਸਾਹਮਣੇ ਚੱਲਦਾ ਫਿਰਦਾ ਪ੍ਰਤੀਤ ਹੋ ਰਿਹਾ ਹੋਵੇ। ਇਸ ਪਰਿਵਾਰ ਨੂੰ ਸਿੱਖ ਇਤਿਹਾਸ ਦੇ ਉਹਨਾਂ ਮਹਾਨ ਪੰਨਿਆਂ ਵਿੱਚ ਵਿਚਰਨ ਦਾ, ਆਪਣਾ ਨਾਮ ਦਰਜ ਕਰਵਾਉਣ ਦਾ, ਸੇਵਾ ਦਾ, ਲੰਗਰ ਦਾ ਮੌਕਾ ਮਿਲਿਆ, ਜੋ ਬਹੁਤ ਥੋੜੇ ਭਾਗਾਂ ਵਾਲਿਆਂ ਨੂੰ ਹੀ ਮਿਲਿਆ ਹੈ। ਉਹ ਲੰਗਰ, ਉਹ ਸੇਵਾ, ਉਹ ਸ਼ਰਧਾ ਅੱਜ ਵੀ ਉਸੇ ਤਰ੍ਹਾਂ ਇਸ ਪਰਿਵਾਰ ਦੇ ਵਿੱਚ ਬਰਕਰਾਰ ਹੈ।